ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੁਪਿੰਦਰ ਕੌਰ ਏਐਸ ਫਰੀਦਕੋਟ ਤੋਂ। ਅੱਜ ਆਪਾਂ ਮੈਥ ਦਾ ਰੇਸ਼ੋ ਐਂਡ ਪ੍ਰੋਪੋਰਸ਼ਨ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਜਿੰਦੇ ਵਿੱਚ ਆਪਾਂ ਬੇਸਿਕ ਰੇਸ਼ੋ ਫਾਈਂਡ ਕਰਨੀ ਸਿੱਖਾਂਗੇ। ਆਓ ਆਪਾਂ ਫਸਟ ਕੁਐਸਚਨ ਦੇਖਦੇ ਹਾਂ। ਤਾਂ ਦੇਖੋ ਜੀ, ਆਪਣੇ ਪਹਿਲੇ ਕੁਐਸਚਨ ਦਾ ਹੈਗਾ ਜੀ, ਕਹਿੰਦੇ a ਰੇਸ਼ੋ b ਇਜ਼ ਇਕੁਅਲ ਟੂ 1:2 ਹੈਗਾ ਜੀ ਆਪਣੇ ਕੋਲ, ਔਰ b ਰੇਸ਼ੋ c ਆਪਾਂ ਨੂੰ ਦਿੱਤਾ ਆ 3:5 ਦਿੱਤਾ ਆ। ਆਪਾਂ a ਰੇਸ਼ੋ b ਰੇਸ਼ੋ c ਪਤਾ ਕਰਨਾ ਹੈ ਕਿ ਆਪਣਾ a ਰੇਸ਼ੋ b ਰੇਸ਼ੋ c ਕੀ ਹੋਊਗਾ। ਹੁਣ ਦੇਖੋ ਆਪਣੇ ਕੋਲ a ਰੇਸ਼ੋ b ਵੈਲਿਊ ਕਿੰਨੀ ਦਿੱਤੀ ਹੈ, 1:2 ਦਿੱਤੇ ਹੈ ਜੀ। ਉਵੇਂ b ਰੇਸ਼ੋ c ਦੀ ਵੈਲਿਊ ਕਿੰਨੀ ਦਿੱਤੀ ਹੈ ਜੀ ਆਪਣੀ 3:5। ਤਾਂ ਆਪਾਂ ਵੈਲਿਊ ਪੁੱਟ ਕਰ ਲਈ ਜੀ ਜੋ ਆਪਣੇ ਕੋਲ ਗਿਵਨ ਹੈਗੀ ਸੀ। ਹੁਣ ਧਿਆਨ ਨਾਲ ਦੇਖਦੇ ਆ ਜੀ, ਆਪਣੇ ਕੋਲ ਇੱਥੇ ਆ ਸਪੇਸ ਖਾਲੀ ਪਈ, ਇੱਕ ਆ ਸਪੇਸ ਕੀ ਪਈ ਹੈ, ਖਾਲੀ ਪਈ ਹੈ। ਤਾਂ ਜਿਹੜੀ ਦੀ ਸਪੇਸ ਖਾਲੀ ਪਈ ਉਹ ਵੀ ਆਪਾਂ ਕਿ ਨਾਲ ਵਾਲਾ ਅੱਖਰ ਲਿਖ ਲੈਣਾ ਹੁੰਦਾ। ਹੁਣ ਦੇਖੋ, ਅਗਰ ਇੱਥੇ 2 ਲਿਖਿਆ ਤੇ ਇੱਥੇ ਵੀ ਕੀ ਆ ਜਾਊਗਾ ਜੀ ਆਪਣਾ 2, ਅਗਰ ਇੱਥੇ 3 ਲਿਖਿਆ ਤੇ ਇੱਥੇ ਵੀ ਕੀ ਆ ਜਾਊਗਾ ਜੀ ਆਪਣਾ 3। ਹੁਣ ਦੇਖੋ, ਇਹਨਾਂ ਨੰਬਰਸ ਨੂੰ ਆਪਸ ਦੇ ਵਿੱਚ ਆਪਾਂ ਹੀ ਕਰਨਾ ਮਲਟੀਪਲਾਈ। 3 × 1 3, 3 × 2 6, 5 × 2 10। ਤਾਂ ਆਪਣੀ ਰਾਜੇ a ਰੇਸ਼ੋ b ਰੇਸ਼ੋ c ਕਿੰਨੀ ਆ ਗਈ, 3:6:10। ਹੁਣ ਦੇਖੋ, ਇੱਥੇ ਇੱਕ ਆਪਾਂ ਵੀ ਚੀਜ਼ ਧਿਆਨ ਰੱਖਣੀ ਹੈ, ਅਗਰ ਆਪਣੇ ਕੋਲ ਇਹ ਤਿੰਨੋਂ ਨੰਬਰ ਅਗਰ ਇਹ ਸੇਮ ਟੇਬਲ ਤੇ ਕੈਂਸਲ ਹੁੰਦੇ ਆ ਤਾਂ ਆਪਾਂ ਇਹਨਾਂ ਨੂੰ ਕਰ ਸਕਦੇ ਹਾਂ, ਅਗਰ ਨਹੀਂ ਹੋ ਰਹੇ ਤਾਂ ਆਪਾਂ ਨਹੀਂ ਕਰਨਾ। ਬਟ ਧਿਆਨ ਰੱਖਣਾ ਕਿ ਹਮੇਸ਼ਾ ਤਿੰਨੋਂ ਨੰਬਰ ਸੇਮ ਨੰਬਰ ਤੇ ਆਪਾਂ ਕੈਂਸਲ ਕਰਨੇ ਆ। ਜਿਵੇਂ ਕਿ ਹੁਣ ਦੇਖੋ, ਇਹ 2 ਨੰਬਰ ਤਾਂ 3 ਦੇ ਪਹਾੜੇ 'ਚ ਕੈਂਸਲ, ਆਪਣੇ ਕੋਲ ਇਹ ਦੋਨੋਂ ਨੰਬਰ ਕਿ 2 ਦੇ ਪਹਾੜੇ 'ਚ ਕੈਂਸਲ ਹੋ ਰਹੇ ਆ, ਬਟ ਆ 3 ਨਹੀਂ ਹੋ ਰਿਹਾ। ਅਗਰ ਇਹਨਾਂ ਦੋਨੋਂ ਦੀ ਗੱਲ ਕਰਦੇ ਆ, 3 ਦੇ ਪਹਾੜੇ ਕੈਂਸਲ ਹੋ ਰਿਹਾ ਬਟ ਇਹ ਨਹੀਂ ਹੋ ਰਿਹਾ। ਤਾਂ ਜੇ ਇੱਕ ਵੀ ਨੰਬਰ ਕੈਂਸਲ ਨਹੀਂ ਹੋ ਰਿਹਾ ਤਾਂ ਆਪਾਂ ਉਹਨੂੰ ਕੈਂਸਲ ਨਹੀਂ ਕਰ ਸਕਦੇ। ਕਲੀਅਰ ਹੈ ਜੀ? ਹਾਂਜੀ, ਨੈਕਸਟ ਕੁਐਸਚਨ ਹੈ ਜੀ ਆਪਣਾ, a ਰੇਸ਼ੋ b ਇਜ਼ ਇਕੁਅਲ ਟੂ 2:1 ਹੈ, b ਰੇਸ਼ੋ c ਇਜ਼ ਇਕੁਅਲ ਟੂ 3:1 ਹੈ, c ਰੇਸ਼ੋ d ਇਜ਼ ਇਕੁਅਲ ਟੂ 2:5 ਹੈ। ਆਪਾਂ a ਰੇਸ਼ੋ b ਰੇਸ਼ੋ c ਰੇਸ਼ੋ d ਪਤਾ ਕਰਨਾ ਵੀ ਆਪਣਾ ਕੀ ਹੋਊਗਾ। ਹੁਣ ਧਿਆਨ ਨਾਲ ਦੇਖੋ, a ਰੇਸ਼ੋ b ਕਿੰਨਾ ਹੈਗਾ ਜੀ ਆਪਣਾ 2:1, b ਰੇਸ਼ੋ c ਕਿੰਨਾ ਹੈਗਾ ਜੀ ਆਪਣਾ 3:1, c ਰੇਸ਼ੋ d ਕਿੰਨਾ ਹੈਗਾ ਜੀ ਆਪਣਾ 2:5। ਕਲੀਅਰ ਹੈ ਜੀ? ਜੋ ਵੈਲਿਊਜ਼ ਗਿਵਨ ਸੀ ਰਾਜੇ ਉਹ ਆਪਾਂ ਲਿਖ ਚੁੱਕੇ ਹਾਂ। ਹੁਣ ਧਿਆਨ ਨਾਲ ਦੇਖੋ ਰਾਜੇ, ਆ ਸਪੇਸ ਆਪਣੀ ਕੀ ਪਈ ਹੈ, ਖਾਲੀ ਪਈ ਹੈ। ਖਾਲੀ ਪਈ ਹੈ ਤਾਂ ਕੀ ਕਰਾਂਗੇ, ਨਾਲ ਵਾਲਾ ਐਲੀਮੈਂਟ ਲਿਖਾਂਗੇ। ਅਗਰ ਇੱਥੇ 1 ਹੈ ਤਾਂ 1 1, 1 ਹੈ ਤਾਂ 1, 3 3, 2 ਹੈ ਤਾਂ 2 ਔਰ 2। ਕੀ ਕਰਨਾ ਰਾਜੇ, ਜੋ ਸਪੇਸ ਖਾਲੀ ਪਈ ਹੈ ਨਾਲ ਵਾਲਾ ਐਲੀਮੈਂਟ ਆਪਾਂ ਲਿਖ ਦਾਂਗੇ। ਹੁਣ ਇਹਨਾਂ ਹੀ ਕਰਾਂਗੇ ਰਾਜੇ ਪ੍ਰੋਡਕਟ, 2 × 3 6, 6 × 2 12, 1 × 3 3, 3 × 2 6, 1 1, 1 × 2 2, 5 × 1 5। ਤਾਂ ਆਪਣੀ ਰੇਸ਼ੋ ਕਿੰਨੀ ਆ ਗਈ ਰਾਜੇ, 12:6:2:5। ਕਲੀਅਰ ਹੈ? ਹਾਂਜੀ। ਹੁਣ ਇਹ ਕਿਸੇ ਵੀ ਸੇਮ ਟੇਬਲ ਤੇ ਕੈਂਸਲ ਨਹੀਂ ਹੁੰਦੇ ਤਾਂ ਆਪਾਂ ਇਹਨਾਂ ਨੂੰ ਨਹੀਂ ਕਰ ਸਕਦੇ। ਹੁਣ ਦੇਖੋ, ਇਹਦੇ 'ਚ ਇੱਕ ਕੁਐਸਚਨ ਆਪਣਾ ਹੋਰ ਬਣਦਾ ਹੈ, ਅਗਰ ਤੁਹਾਨੂੰ ਇੱਥੇ ਮੈਂ ਪੁੱਛਾਂ ਕਿ a ਰੇਸ਼ੋ c ਕੀ ਹੋਏਗਾ, a ਰੇਸ਼ੋ c ਕੀ ਹੋਏਗਾ, ਤਾਂ ਹੁਣ ਦੇਖੋ ਜੀ, ਆਪਾਂ ਇਹਦੀ ਵੈਲਿਊ ਕਿੰਨੀ ਫਾਈਂਡ ਕੀਤੀ ਹੈ ਰਾਜੇ, 12 ਕੀਤੀ ਹੈ, ਔਰ c ਦੀ ਵੈਲਿਊ ਕਿੰਨੀ ਕੀਤੀ ਹੈ, 2 ਕੀਤੀ ਹੈ। ਕਲੀਅਰ? ਹੁਣ ਦੇਖੋ, ਆਪਣੇ ਕੋਲ a ਦੀ ਵੈਲਿਊ 12 ਆ ਗਈ, c ਦੀ ਕਿੰਨੀ ਆ ਗਈ 2। ਹੁਣ ਦੇਖੋ, ਕਿਸੇ ਸੇਮ ਟੇਬਲ ਤੇ ਕੈਂਸਲ ਹੋ ਰਹੇ ਆ, ਬਿਲਕੁਲ ਹੋ ਰਹੇ ਆ। 2 ਤੇ ਕੈਂਸਲ ਹੋ ਰਿਹਾ, 2 ਤੇ ਕੈਂਸਲ ਕੀਤਾ 6, 2 ਤੇ ਕੈਂਸਲ ਕੀਤਾ 1। ਤਾਂ ਰਾਜੇ ਤੁਹਾਡੀ ਰੇਸ਼ੋ ਕਿੰਨੀ ਨਿਕਲ ਕੇ ਆ ਗਈ, 6:1। ਕਲੀਅਰ ਹੈ ਜੀ? ਹਾਂਜੀ। ਨੈਕਸਟ ਕੁਐਸਚਨ ਨਾਲ ਚੱਲਦੇ ਹਾਂ ਜੀ ਆਪਾਂ। ਕਹਿੰਦੇ 2a ਇਜ਼ ਇਕੁਅਲ ਟੂ 3b ਹੈ, ਇਜ਼ ਇਕੁਅਲ ਟੂ 5c ਹੈ। ਆਪਾਂ ਰਾਜੇ a ਰੇਸ਼ੋ b ਰੇਸ਼ੋ c ਪਤਾ ਕਰਨਾ ਵੀ ਆਪਣੀ a ਰੇਸ਼ੋ b ਰੇਸ਼ੋ c ਕੀ ਹੋਊਗੀ। ਹੁਣ ਦੇਖੋ, ਜਦੋਂ ਵੀ 3 ਨੰਬਰ ਆਪਣੇ ਕੋਲ ਕੇ ਇਕੁਅਲ ਦਿੱਤੇ ਹੋਏ ਆ ਤਾਂ ਕੀ ਕਰਨਾ ਤੁਸੀਂ ਦੇਖੋ, ਪਹਿਲਾ ਨੰਬਰ ਰਾਜੇ ਹਾਈਡ ਕਰ ਦੋ, ਪਹਿਲਾ ਨੰਬਰ ਛੱਡ ਦੋ, ਬਾਕੀ 2 ਨੰਬਰਾਂ ਦੇ ਪ੍ਰੋਡਕਟ। 5 × 3 ਕਿੰਨੀ ਹੋ ਗਿਆ, 15। a ਦੀ ਵੈਲਿਊ ਕਿੰਨੀ ਆ ਗਈ ਰਾਜੇ ਆਪਣੀ 15। ਸੇਮ ਐਜ਼ b ਫਾਈਂਡ ਕਰਨਾ, b ਨੂੰ ਹਾਈਡ ਕਰ ਦੋ, ਬਾਕੀ ਨੰਬਰਾਂ ਦੇ ਪ੍ਰੋਡਕਟ। 5 × 2 ਕਿੰਨਾ ਹੋ ਗਿਆ ਜੀ 10। ਸੇਮ ਐਜ਼ c ਫਾਈਂਡ ਕਰਨਾ, c ਨੂੰ ਹਾਈਡ ਕਰ ਦੋ, ਕੀ ਬਚਿਆ ਜੀ 2 × 3 ਕਿੰਨਾ ਆ ਗਿਆ ਜੀ 6। ਤਾਂ ਰਾਜੇ ਤੁਹਾਡੀ ਰੇਸ਼ੋ ਕਿੰਨੀ ਆ ਚੁੱਕੀ ਹੈ, 50:10:6। ਕਲੀਅਰ ਹੈ ਜੀ? ਹਾਂਜੀ। ਨੈਕਸਟ ਹੈ ਜੀ ਆਪਣਾ, ਹੁਣ ਨੈਕਸਟ ਦੇ ਵਿੱਚ ਕਹਿ ਰਿਹਾ 2a ਇਜ਼ ਇਕੁਅਲ ਟੂ 3b ਹੈ, 5b ਇਜ਼ ਇਕੁਅਲ ਟੂ 7c ਹੈ। ਹੁਣ ਦੇਖੋ, ਇਹਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ, ਬਸ ਉਹਨਾਂ ਨੇ ਕਿਹਾ 2a ਕੀ 3b ਦੇ ਇਕੁਅਲ ਹੈ, 5b ਕੀ 7c ਦੇ ਇਕੁਅਲ ਹੈ। ਹੁਣ ਦੇਖੋ, ਇਕੁਅਲ ਦੇ ਵਿੱਚ ਕੀ ਹੋਏਗਾ, ਜਦੋਂ 2 ਨੰਬਰ ਇਕੁਅਲ ਹੋਣਗੇ। ਹੁਣ ਧਿਆਨ ਨਾਲ ਦੇਖੋ ਰਾਜੇ, a ਦੇ ਸਾਹਮਣੇ ਕਿੰਨੀ ਵੈਲਿਊ ਪਈ ਹੈ 3, ਔਰ b ਦੇ ਆਪੋਜ਼ਿਟ ਸਾਹਮਣੇ ਕਿੰਨੀ ਵੈਲਿਊ ਪਈ ਹੈ 2। ਤਾਂ a ਦੀ ਵੈਲਿਊ ਕਿੰਨੀ ਹੋਗੀ 3 ਹੋਗੀ, ਔਰ b ਦੀ ਵੈਲਿਊ ਕਿੰਨੀ ਹੋਗੀ ਰਾਜੇ 2। ਸੇਮ ਐਜ਼ ਦੇਖੋ, 5b ਇਜ਼ ਇਕੁਅਲ ਟੂ 7c ਹੈ, b ਦੇ ਸਾਹਮਣੇ 7 ਪਿਆ ਔਰ c ਦੇ ਸਾਹਮਣੇ ਕੀ ਪਿਆ ਹੋਇਆ ਰਾਜੇ 5। ਤਾਂ b ਦੀ ਵੈਲਿਊ ਕਿੰਨੀ ਆ ਗਈ 7 ਆ ਗਈ, ਔਰ c ਦੀ ਕਿੰਨੀ ਆ ਗਈ ਜੀ 5 ਆ ਗਈ। ਹੁਣ ਦੇਖੋ, ਆ ਸਪੇਸ ਖਾਲੀ ਪਈ ਹੈ, ਅਗਰ ਖਾਲੀ ਪਈ ਤਾਂ ਕੀ ਕਰਾਂਗੇ, ਪਹਿਲਾਂ ਵਾਲਾ ਕੰਸੈਪਟ ਆ ਗਿਆ ਰਾਜੇ, ਨਾਲ ਵਾਲਾ ਐਲੀਮੈਂਟ ਲਿਖ ਦਾਂਗੇ। ਅਗਰ ਇੱਥੇ 2 ਆ ਰਿਹਾ ਤਾਂ 2, 7 ਹੈ ਤਾਂ 7,
मल्टीप्लाई कर दो 7 इंटू 3 21, 7 इंटू 2 14, 5 इंटू 2 10। तो अपनी राजे रेशो निकल के कितनी आ चुकी है 21, 14 और 10। ये किसी भी सेम टेबल से कैंसिल नहीं हो रहा तो आप इनू नहीं कर सकते। नैक्सट है जी अपना 1/2 रेशो 1/3 रेशो 1/4। क्लीयर। हम देखो रेशो अपने को बटे विच आ गई, जिवें कि पहला पिछले क्वेश्चन किए हैं उनदे विच रेशो अपने को नॉर्मल वैल्यू होंदी सी है ना, नैचुरल नंबर से, बट ये हुण क्या आ गया अपने को फ्रैक्शन दे विच आ गया। तो फ्रैक्शन दे विच जदों रेशो होवे तां की करांगे जी आपां सब तो पहला नेचुरल नंबर दा की लवांगे राजे आपां एलसीएम। हुण देखो एलसीएम की चीज हुंदी है, एलसीएम दे फुल फॉर्म है लीस्ट कॉमन मल्टीपल। हुण आपां देखो 2 3 4 दा की लैना एलसीएम लैना, तो आपां मीनस कि वो नंबर लैना है जिहड़ा 2 दे टेबल च भी आउंदा होवे, 3 दे टेबल च भी आउंदा होवे ते 4 दे टेबल च भी आउंदा होवे। तो किहड़ा नंबर है राजे एवें दा 12, क्योंकि 12 की है 2 च भी आ रहा है, 3 च भी आ रहा है और 4 च भी आ रहा है। तो अपना एलसीएम कितना आ गया राजे 12 आ गया। क्लीयर। हुण देखो की करांगे नीचे वाले नंबर नाल आपां 12 नूं डिवाइड करांगे, जो डिवाइड करके आ गया ऊपर नाल की कर दिंदे आपां मल्टीप्लाई कर दिंदे आ। क्लीयर। हुण देखो 2 नाल डिवाइड किया कितना आ गया 12 नूं 6, 6 इंटू 1 6। हुण देखो 3 नाल डिवाइड किया 4, 4 इंटू 1 4। हुण देखो 4 नाल डिवाइड किया 3, 3 इंटू 1 3। तो राजे तुहाडी रेशो कितनी आ चुकी है 6 रेशो 4 रेशो 3। क्लीयर है राजे। बहुत सौखा तरीका जी रेशो फाइंड करने का। नैक्सट राजे हुण अपने को 1/2a इज इक्वल टू 1/3b, 1/5b इज इक्वल टू 1/7c दिता है। ठीक है। हुण देखो जदों भी बराबर हुंदा तां अपने कोल की है बराबर होवे ते जिहड़े बटे विच की वैल्यूज पईआं हुंदियां तो इक्वल दी कंडीशन दे विच आपां की कर दिंदे आ क्रॉस मल्टीप्लाई कर दिंदे आ। जदों राजे मैं क्रॉस मल्टीप्लाई करूंगी 3 इंटू 1 कितना हो गया 3a, ओवे 2 इंटू 1 2b। क्लीयर है जी। ओवे राजे सेम एज इधर मल्टीप्लाई कर दो 7 इंटू 1 7d, 5 इंटू 1 5c। क्लीयर है जी। हुण आपां फाइंड करना ए रेशो बी रेशो सी की होएगा। हुण ध्यान नाल देखो ए दे सामने कितनी वैल्यू पई है 2, बी दे सामने कितनी वैल्यू पई है राजे 3। हुण देखो आही सेम आपां इत्थे हुणे रेश करके हटे सीगे, आही चीज बन गई तुहाडे सामने। तो बस आपां नैक्सट वही कंसैप्ट ला देना, आपां इहदे च इह कीता सी जो ऑपोजिट वैल्यू जिंदे पई ओही हुंदी की होएगी वैल्यू। ओवे राजे मैं इत्थे कीता ए दी वैल्यू दे सामने 2 पे है, बी दे सामने कितना पे 3, तो ए ते बी दी वैल्यू कितनी आ गई 2 रेशो 3। ओवे राजे हुण देखो बी दे ऑपोजिट कितना पे 5, सी दे ऑपोजिट कितना पे राजे 7। क्लीयर है। हुण सेम एज फर्स्ट अपनी टाइप बन चुकी है, जेड़ा अपने को स्पेस खाली पी है नाल वाला एलिमेंट लिख देंगे आपां, लिख दो जी। अगर इत्थे की है 3 है तो इत्थे भी क्या आएगा 3, अगर इत्थे 5 इत्थे भी क्या आएगा 5। उसको मल्टीप्लाई 5 इंटू 2 10, 5 इंटू 3 15, 7 इंटू 3 21। क्लीयर है। हुण देखो अगर ये सेम टेबल से कैंसल होंगे आप कर सकते हैं, बट ये किसी भी सेम टेबल से कैंसल नहीं हो रहे। क्लीयर है जी। हाँ जी राजे लास्ट क्वेश्चन अपना इदा कहते ए रेशो बी इज इक्वल टू की है 3 रेशो 2 है, देन 5a प्लस 2b अपॉन 5a माइनस 2b। ये अपना क्वेश्चन आ गया। हुण देखो ए रेशो बी की वैल्यू कितनी है 3 रेशो 2, मीनस ए की वैल्यू कितनी है 3 और बी की वैल्यू कितनी है जी अपने को 2। मीन जिथे भी तुहानू ए दिखेगा उत्थे आपां 3 पुट कर देंगे, जिथे भी तुहानू बी दिखेगा उत्थे आपां 2 फिल कर देंगे। अपना क्या आ जाएगा जी आंसर। हाँ जी करो जी। 5a का मतलब 5 इंटू ए की वैल्यू 3 है प्लस 2b का मतलब 2 इंटू 2 क्योंकि b की वैल्यू कितनी है राजे अपॉन 5a है ए की वैल्यू 3 माइनस 2 b की वैल्यू 2। क्लीयर है जी। हुण राजे नूं सॉल्व कर लो 5 इंटू 3 15 प्लस 2 इंटू 2 4 अपॉन 5 इंटू 3 15 2 इंटू 2 4। हुण देखो राजे 15 और 9 कितना होंदा है 15 और 4 कितना होंदा है 19 अपॉन 15 च 4 माइनस कितने कितने रह गए राजे 11। तो तुहाडा राजे आंसर कितना निकल के आ चुका है 19 अपॉन 11। क्लीयर है। तो राजे अज तुहाडे लई जिहड़ी अज दी क्लास तुहाडे लई काफ़ी हैल्पफुल रहेगी। रेशो दे विच आपां रेशो फाइंड करना है, क्योंकि तुहानूं वेखो स्टेटमेंट वाले क्वेश्चन आपां तां ही सॉल्व कर पावांगे अगर आपां नूं रेशो फाइंड करनी आउंदी होगी। क्लीयर है। तो मैं की कहते उम्मीद करते हैं कि तुहानूं अज दी क्लास बहुत वधिया लगी होगी, तो तुहाडे लई काफ़ी हैल्पफुल रही होगी। तो इस सैशन हो रहे तुसीं वध तों वध शेयर कर दो तां जो बाकी बच्चों का भी की है बैनीफिट हो सके। तो राजे साडे चैनल नूं तुसीं क्या सबसक्राइब कर दो,
ਸ਼ੇਅਰ ਲਾਈਕ ਕਮੈਂਟ ਵੱਧ ਤੋਂ ਵੱਧ ਕਰ ਦਿਓ। ਥੈਂਕ ਯੂ ਸੋ ਮਚ।